बहुत ही प्यारे ਬੱਚਿਓ ਅੱਜ ਅਸੀਂ ਤੁਹਾਡੇ ਲਈ ਜਮਾਤ 8ਵੀਂ ਦਾ ਸਾਇੰਸ ਵਿਸ਼ੇ ਦਾ ਜੋ ਪਾਠ ਹੈ ਬਲ ਅਤੇ ਦਾਬ ਲੈ ਕੇ ਹਾਜ਼ਰ ਹੋਏ ਹਾਂ। ਬੱਚਿਓ, ਮੇਰਾ ਨਾਮ ਜਸਕਰਨ ਸਿੰਘ, ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਗੁਰੂਸਰ ਮਹਿਰਾਜ, ਜ਼ਿਲ੍ਹਾ ਬਠਿੰਡਾ। ਬੱਚਿਓ, ਅੱਜ ਆਪਾਂ ਬਲ ਅਤੇ ਦਾਬ ਪਾਠ ਵਿੱਚੋਂ ਉਪ ਵਿਸ਼ਾ ਬਲ ਬਾਰੇ ਜਾਣਕਾਰੀ ਹਾਸਲ ਕਰਾਂਗੇ। ਹਾਂਜੀ, ਬਲ। ਪਿਆਰੇ ਬੱਚਿਓ, ਤੁਸੀਂ ਆਮ ਦੇਖਦੇ ਹੋ ਜਦੋਂ ਕੋਈ ਖਿਡਾਰੀ ਫੁੱਟਬਾਲ ਖੇਡਦਾ ਹੈ ਜਾਂ ਕੋਈ ਕ੍ਰਿਕਟ ਦਾ ਖਿਡਾਰੀ ਬੱਲੇ ਨਾਲ ਸ਼ਾਟ ਮਾਰਦਾ ਹੈ ਜਾਂ ਹਾਕੀ ਦਾ ਖਿਡਾਰੀ ਹਾਕੀ ਨਾਲ ਬਾਲ ਨੂੰ ਹਿੱਟ ਕਰਦਾ ਹੈ। ਇਹਨਾਂ ਸਥਿਤੀਆਂ ਦੇ ਵਿੱਚ ਫੁੱਟਬਾਲ ਦੇ ਸਮੇਂ ਖਿਡਾਰੀ ਆਪਦੇ ਪੈਰਾਂ ਨਾਲ ਬਾਲ ਨੂੰ ਕਿੱਕ ਕਰਦਾ ਹੈ। ਇਸੇ ਤਰ੍ਹਾਂ ਕ੍ਰਿਕਟ ਅਤੇ ਹਾਕੀ ਦੇ ਵਿੱਚ ਵੀ ਫੁੱਟਬਾਲ ਬਾਲ ਨੂੰ ਧੱਕਾ ਮਾਰਨਾ ਪੈਂਦਾ ਹੈ। ਸੋ ਪਿਆਰੇ ਬੱਚਿਓ, ਆਪਾਂ ਕੀ ਵੇਖਦੇ ਹਾਂ? ਇਹਨਾਂ ਤਿੰਨਾਂ ਸਥਿਤੀਆਂ ਦੇ ਵਿੱਚ ਬਾਲ ਨੂੰ ਗਤੀ ਦੇ ਵਿੱਚ ਲਿਆਉਣ ਲਈ ਜਾਂ ਫਿਰ ਉਸ ਦੀ ਦਿਸ਼ਾ ਦੇ ਵਿੱਚ ਪਰਿਵਰਤਨ ਲਿਆਉਣ ਲਈ ਸਾਨੂੰ ਬਲ ਲਗਾਉਣਾ ਪੈਂਦਾ ਹੈ, ਜਿਸ ਨੂੰ ਤੁਸੀਂ ਆਮ ਭਾਸ਼ਾ ਦੇ ਵਿੱਚ ਜ਼ੋਰ ਲਗਾਉਣਾ ਕਹਿੰਦੇ ਹੋ। ਸੋ ਪਿਆਰੇ ਬੱਚਿਓ, ਇਸ ਤਰ੍ਹਾਂ ਬਲ ਆਪਣੇ ਕੋਲ ਇੱਕ ਧੱਕਾ ਜਾਂ ਖਿੱਚ, ਪੁਸ਼ ਔਰ ਪੁੱਲ ਦਾ ਇੱਕ ਰੂਪ ਹੈ। ਆਓ ਬੱਚਿਓ, ਹੁਣ ਆਪਾਂ ਕੁਝ ਸਥਿਤੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜਿਸ ਵਿੱਚ ਅਸੀਂ ਬਲ ਦੀ ਵਰਤੋਂ ਕਰਦੇ ਹਾਂ। ਇਹਨਾਂ ਸਥਿਤੀਆਂ ਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਨ ਲਈ ਧੱਕੇ ਜਾਂ ਖਿੱਚਣ ਦਾ ਪ੍ਰਯੋਗ ਕਰਦੇ ਹਾਂ। ਖਿੱਚਣ ਨੂੰ ਅਸੀਂ ਆਕਰਸ਼ਣ ਅਤੇ ਧੱਕਾ ਦੇਣ ਨੂੰ ਅਸੀਂ ਅਪਕਰਸ਼ਣ ਦੇ ਰੂਪ ਵਿੱਚ ਪਹਿਚਾਣਦੇ ਹਾਂ। ਪਿਆਰੇ ਬੱਚਿਓ, ਹੁਣ ਤੁਸੀਂ ਸਭ ਤੋਂ ਪਹਿਲਾਂ ਪਹਿਲੀ ਸਥਿਤੀ ਬਾਰੇ ਗੱਲ ਕਰਾਂਗੇ। ਮੇਜ਼ ਉੱਤੇ ਰੱਖੀ ਕਿਤਾਬ ਨੂੰ ਗਤੀਸ਼ੀਲ ਬਣਾਉਣਾ। ਪਿਆਰੇ ਬੱਚਿਓ, ਕਿਸੇ ਮੇਜ਼ ਉੱਤੇ ਰੱਖੀ ਹੋਈ ਕਿਤਾਬ ਨੂੰ ਗਤੀ ਵਿੱਚ ਲਿਆਉਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਉਸ ਨੂੰ ਖਿੱਚ ਕੇ ਆਪਣੇ ਵੱਲ ਲਿਆ ਸਕਦੇ ਹਾਂ। ਅਸੀਂ ਉਸ ਨੂੰ ਧੱਕਾ ਦੇ ਕੇ ਆਪਣੇ ਤੋਂ ਪਰੇ ਵੱਲ ਭੇਜ ਸਕਦੇ ਹਾਂ ਜਾਂ ਫਿਰ ਅਸੀਂ ਇਸ ਨੂੰ ਉੱਪਰ ਵੀ ਚੁੱਕ ਸਕਦੇ ਹਾਂ। ਤਾਂ ਦੇਖੋ ਬੱਚਿਓ, ਮੇਜ਼ ਉੱਤੇ ਰੱਖੀ ਕਿਤਾਬ ਨੂੰ ਗਤੀਸ਼ੀਲ ਬਣਾਉਣ ਲਈ ਅਸੀਂ ਇਸ ਨੂੰ ਖਿੱਚਣਾ ਅਤੇ ਧੱਕਣ ਦਾ ਪ੍ਰਯੋਗ ਕਰਦੇ ਹਾਂ, ਭਾਵ ਅਸੀਂ ਉਸ ਉੱਪਰ ਬਲ ਲਗਾ ਰਹੇ ਹਾਂ। ਬੱਚਿਓ, ਇਸੇ ਤਰ੍ਹਾਂ ਜੋ ਆਪਣੇ ਕੋਲੇ ਦੂਜੀ ਸਥਿਤੀ ਦਿੱਤੀ ਹੋਈ ਹੈ, ਦਰਵਾਜ਼ੇ ਨੂੰ ਖੋਲ੍ਹਣਾ ਜਾਂ ਬੰਦ ਕਰਨਾ। ਦਰਵਾਜ਼ੇ ਨੂੰ ਖੋਲ੍ਹਣ ਜਾਂ ਬੰਦ ਕਰਨ ਦੇ ਲਈ ਵੀ ਅਸੀਂ ਦਰਵਾਜ਼ੇ ਨੂੰ ਆਪਣੇ ਵੱਲ ਖਿੱਚਦੇ ਹਾਂ ਜਾਂ ਆਪਣੇ ਤੋਂ ਪਰੇ ਵੱਲ ਨੂੰ ਧੱਕਦੇ ਹਾਂ। ਇਸੇ ਤਰ੍ਹਾਂ ਇਸ ਵਿੱਚ ਵੀ ਆਕਰਸ਼ਣ ਅਤੇ ਅਪਕਰਸ਼ਣ, ਭਾਵ ਖਿੱਚਣਾ ਅਤੇ ਧੱਕਣਾ ਦੋਨੇ ਹੁੰਦੇ ਹਨ। ਹੁਣ ਦੇਖੋ ਬੱਚਿਓ, ਜਦੋਂ ਆਪਾਂ ਤੀਜੀ ਸਥਿਤੀ ਦੀ ਗੱਲ ਕਰਦੇ ਹਾਂ, ਉਹ ਹੈ ਖੂਹ ਵਿੱਚੋਂ ਪਾਣੀ ਦੀ ਬਾਲਟੀ ਨੂੰ ਖਿੱਚਣਾ। ਤਾਂ ਬੱਚਿਓ, ਖੂਹ ਵਿੱਚੋਂ ਪਾਣੀ ਦੀ ਬਾਲਟੀ ਨੂੰ ਉੱਪਰ ਖਿੱਚਣ ਦੇ ਲਈ ਆਪਾਂ ਨੂੰ ਇਸ ਨੂੰ ਉੱਪਰ ਵੱਲ ਨੂੰ ਖਿੱਚਣਾ ਪਵੇਗਾ, ਤਾਂ ਇਹ ਆਪਣੇ ਕੋਲੇ ਆਕਰਸ਼ਣ ਦਾ ਰੂਪ ਹੁੰਦਾ ਹੈ। ਬੱਚਿਓ, ਚੌਥੀ ਉਦਾਹਰਨ ਦੇਖੋ, ਫੁੱਟਬਾਲ ਦੇ ਖਿਡਾਰੀ ਦਾ ਪੈਨਲਟੀ ਕਿੱਕ। ਤਾਂ ਪੈਨਲਟੀ ਕਿੱਕ ਮਾਰਨ ਲੱਗੇ ਖਿਡਾਰੀ ਫੁੱਟਬਾਲ ਨੂੰ ਧੱਕਾ ਦਿੰਦਾ ਹੈ, ਤਾਂ ਇਹ ਆਪਣੇ ਕੋਲੇ ਇੱਕ ਅਪਕਰਸ਼ਣ ਦਾ ਰੂਪ ਬਣਦਾ ਹੈ। ਇਸੇ ਤਰ੍ਹਾਂ ਬਿਲਕੁਲ ਜਦੋਂ ਇੱਕ ਬੱਲੇਬਾਜ਼ ਦੁਆਰਾ ਕ੍ਰਿਕਟ ਦੀ ਗੇਂਦ 'ਤੇ ਪ੍ਰਹਾਰ ਕੀਤਾ ਜਾਂਦਾ ਹੈ, ਤਾਂ ਬੱਲੇਬਾਜ਼ ਇਸ ਸਥਿਤੀ ਦੇ ਵਿੱਚ ਬਾਲ ਨੂੰ ਧੱਕਾ ਦਿੰਦਾ ਹੈ, ਭਾਵ
ਆਪਣੇ ਵੱਲ ਆ ਰਹੀ ਬਾਲ ਤੇ ਆਪਣੇ ਬੱਲੇ ਨਾਲ ਪ੍ਰਹਾਰ ਕਰਦਾ ਹੋਇਆ ਉਸ ਨੂੰ ਪਰੇ ਵੱਲ ਧੱਕ ਦਿੰਦਾ ਹੈ। ਛੇਵੀਂ ਸਥਿਤੀ ਦੇਖਦੇ ਹਾਂ, ਲੱਦੇ ਹੋਏ ਗੱਡੇ ਨੂੰ ਚਲਾਉਣਾ। ਤਾਂ ਬੱਚਿਓ, ਕਿਸੇ ਗੱਡੇ ਨੂੰ ਚਲਾਉਣ ਲਈ ਆਪਾਂ ਉਸ ਨੂੰ ਅੱਗੇ ਤੋਂ ਖਿੱਚ ਵੀ ਸਕਦੇ ਹਾਂ ਅਤੇ ਪਿੱਛੇ ਤੋਂ ਧੱਕਾ ਲਗਾ ਕੇ ਵੀ ਉਸ ਨੂੰ ਗਤੀ ਵਿੱਚ ਲਿਆ ਸਕਦੇ ਹਾਂ। ਤਾਂ ਇਸ ਸਥਿਤੀ ਦੇ ਵਿੱਚ ਆਕਰਸ਼ਣ ਅਤੇ ਅਪਕਰਸ਼ਣ ਭਾਵ ਖਿੱਚਣਾ ਅਤੇ ਧੱਕਾ ਦੋਨੇ ਰੂਪ ਆਉਂਦੇ ਹਨ। ਕਿਸੇ ਮੇਜ਼ ਦੇ ਦਰਾਜ਼ ਨੂੰ ਖੋਲ੍ਹਣਾ। ਤਾਂ ਬੱਚਿਓ, ਇਸ ਸਥਿਤੀ ਦੇ ਵਿੱਚ ਦਰਾਜ਼ ਨੂੰ ਬਾਹਰ ਵੱਲ ਖੋਲ੍ਹਣ ਲਈ ਆਪਾਂ ਉਸ ਨੂੰ ਬਾਹਰ ਵੱਲ ਖਿੱਚਦੇ ਹਾਂ। ਇਹ ਆਕਰਸ਼ਣ ਦਾ ਇੱਕ ਰੂਪ ਹੈ। ਸੋ ਇਹਨਾਂ ਉਦਾਹਰਨਾਂ ਉੱਤੇ ਜੇਕਰ ਆਪਾਂ ਗੌਰ ਕਰਦੇ ਹਾਂ ਤਾਂ ਆਪਾਂ ਕੀ ਵੇਖਦੇ ਹਾਂ ਕਿ ਵਸਤੂਆਂ ਨੂੰ ਗਤੀਸ਼ੀਲ ਬਣਾਉਣ ਦੇ ਲਈ ਜਾਂ ਉਹਨਾਂ ਦੀ ਸਥਿਤੀ ਬਦਲਣ ਦੇ ਲਈ ਆਪਾਂ ਨੂੰ ਖਿੱਚਣਾ ਜਾਂ ਧੱਕਣਾ ਪੈਂਦਾ ਹੈ। ਇਹ ਖਿੱਚ ਜਾਂ ਧੱਕਣਾ ਹੀ ਅਸਲ ਦੇ ਵਿੱਚ ਬਲ ਹੁੰਦਾ ਹੈ। ਸੋ ਪਿਆਰੇ ਬੱਚਿਓ, ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਬਲ ਬਾਰੇ ਜਾਣਕਾਰੀ ਹਾਸਲ ਕਰ ਚੁੱਕੇ ਹੋਵੋਗੇ। ਤਾਂ ਬਲ ਇੱਕ ਧੱਕਾ ਜਾਂ ਖਿੱਚ ਦਾ ਨਾਮ ਹੁੰਦਾ ਹੈ। ਆਓ ਬੱਚਿਓ, ਹੁਣ ਆਪਾਂ ਅੱਗੇ ਇਹ ਜਾਣਦੇ ਹਾਂ ਕਿ ਬਲ ਕਿਵੇਂ ਲੱਗਦਾ ਹੈ। ਬੱਚਿਓ, ਬਲ ਆਪਸੀ ਕਿਰਿਆ ਕਾਰਨ ਲੱਗਦੇ ਹਨ। ਭਾਵ ਘੱਟੋ ਘੱਟ ਦੋ ਵਸਤੂਆਂ ਵਿਚਕਾਰ ਆਪਸੀ ਕਿਰਿਆ ਹੋਣ 'ਤੇ ਬਲ ਲੱਗਦੇ ਹਨ। ਆਓ ਇਸ ਨੂੰ ਅਸੀਂ ਹੋਰ ਸਮਝਦੇ ਹਾਂ। ਬੱਚਿਓ, ਤੁਸੀਂ ਸਕਰੀਨ ਉੱਤੇ ਦੋ ਚਿੱਤਰ ਵੇਖ ਰਹੇ ਹੋ। ਪਹਿਲੇ ਚਿੱਤਰ ਵਿੱਚ ਅਸੀਂ ਵੇਖਦੇ ਹਾਂ ਕਿ ਇੱਕ ਕਾਰ ਦੇ ਪਿੱਛੇ ਇੱਕ ਵਿਅਕਤੀ ਖੜਾ ਦਿਖਾਈ ਦਿੰਦਾ ਹੈ। ਹਲੇ ਵਿਅਕਤੀ ਕਾਰ ਨੂੰ ਕਿਸੇ ਤਰ੍ਹਾਂ ਧੱਕਾ ਨਹੀਂ ਲਗਾ ਰਿਹਾ, ਇਸ ਕਾਰਨ ਕਾਰ ਕਿਸੇ ਤਰ੍ਹਾਂ ਨਾਲ ਹਿਲਜੁਲ ਗਤੀ ਨਹੀਂ ਕਰੇਗੀ। ਜਦੋਂ ਦੂਜੇ ਚਿੱਤਰ ਦੇ ਵਿੱਚ ਵਿਅਕਤੀ ਕਾਰ ਨੂੰ ਧੱਕਾ ਲਾਉਂਦਾ ਦਿਖਾਈ ਦਿੰਦਾ ਹੈ ਤਾਂ ਅਸੀਂ ਦੇਖਾਂਗੇ ਕਿ ਕਾਰ ਗਤੀ ਕਰਨੀ ਸ਼ੁਰੂ ਕਰ ਦੇਵੇਗੀ। ਪਹਿਲੇ ਚਿੱਤਰ ਦੌਰਾਨ ਆਦਮੀ ਨੇ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਲਗਾਇਆ ਅਤੇ ਦੂਜੇ ਚਿੱਤਰ ਦੌਰਾਨ ਆਦਮੀ ਨੇ ਕਾਰ ਨੂੰ ਧੱਕਾ ਲਾਇਆ। ਇਹਨਾਂ ਤਸਵੀਰਾਂ ਵਿੱਚ ਦੇਖੋ। ਪਹਿਲੇ ਚਿੱਤਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਦੋ ਲੜਕੀਆਂ ਇੱਕ ਦੂਜੇ ਨੂੰ ਧੱਕ ਰਹੀਆਂ ਹਨ ਅਤੇ ਦੂਸਰੇ ਚਿੱਤਰ ਵਿੱਚ ਤੁਸੀਂ ਵੇਖ ਰਹੇ ਹੋ ਕਿ ਦੋਨੇ ਲੜਕੀਆਂ ਇੱਕ ਦੂਜੇ ਨੂੰ ਬਾਹਰ ਵੱਲ ਖਿੱਚ ਰਹੀਆਂ ਹਨ। ਪਿਆਰੇ ਬੱਚਿਓ, ਤੁਸੀਂ ਆਮ ਹੀ ਇਹ ਖੇਡ ਖੇਡਦੇ ਹੋ ਜਿਸ ਵਿੱਚ ਨੱਚਣ ਵੇਲੇ ਤੁਸੀਂ ਬਾਹਰ ਨੂੰ ਖਿੱਚ ਕੇ ਇੱਕ ਦੂਜੇ ਨੂੰ ਗੋਲ ਚੱਕਰ ਦੇ ਵਿੱਚ ਝੂਟਾ ਲੈਂਦੇ ਹੋ। ਤਾਂ ਇਹਨਾਂ ਚਿੱਤਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਦੇ ਵਿੱਚ ਦੋਨੇ ਕੁੜੀਆਂ ਇੱਕ ਦੂਜੇ ਨੂੰ ਧੱਕ ਰਹੀਆਂ ਹਨ, ਦੂਜੇ ਦੇ ਵਿੱਚ ਦੋਨੇ ਕੁੜੀਆਂ ਇੱਕ ਦੂਜੇ ਨੂੰ ਬਾਹਰ ਵੱਲ ਖਿੱਚ ਰਹੀਆਂ ਹਨ। ਸੋ ਬੱਚਿਓ, ਜਿੱਦਾਂ ਆਪਾਂ ਇਹ ਚਿੱਤਰ ਵੇਖਦੇ ਹਾਂ, ਇਸ ਵਿੱਚ ਇੱਕ ਵਿਅਕਤੀ ਦੁਆਰਾ ਇੱਕ ਜਾਨਵਰ ਨੂੰ, ਗਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵ ਵਿਅਕਤੀ ਗਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਜਦੋਂ ਕਿ ਗਾਂ ਵਿਅਕਤੀ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰ ਲਗਾ ਰਹੀ ਹੈ। ਬੱਚਿਓ, ਇਹਨਾਂ ਉਦਾਹਰਨਾਂ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਬਲ ਲੱਗਣ ਦੇ ਲਈ ਘੱਟੋ ਘੱਟ ਦੋ ਵਸਤੂਆਂ ਵਿੱਚ ਆਪਸੀ ਕਿਰਿਆ ਹੋਣੀ ਜ਼ਰੂਰੀ ਹੈ। ਜਿਵੇਂ ਇਸ ਚਿੱਤਰ ਦੇ ਵਿੱਚ ਦੋ ਵਸਤੂਆਂ, ਇੱਕ ਗਾਂ ਅਤੇ ਦੂਜਾ ਵਿਅਕਤੀ ਹੈ। ਪਿੱਛੇ ਦੇਖੇ ਗਏ ਚਿੱਤਰਾਂ ਦੇ ਵਿੱਚ ਦੋਨੇ ਕੁੜੀਆਂ ਦੋ ਵਸਤੂਆਂ ਦੀ ਤਰ੍ਹਾਂ ਬਿਹੇਵ ਕਰਦੀਆਂ ਹਨ, ਉਹਨਾਂ ਦੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਤਰ੍ਹਾਂ ਦੋ ਵਸਤੂਆਂ ਵਿੱਚ ਆਪਸੀ ਕਿਰਿਆ ਦੇ ਕਾਰਨ ਉਹਨਾਂ ਵਿੱਚ ਬਲ ਲੱਗਦਾ ਹੈ। ਸੋ ਪਿਆਰੇ ਬੱਚੋ, ਹੁਣ ਅਸੀਂ ਜਾਣ ਚੁੱਕੇ ਹਾਂ ਕਿ ਬਲ ਘੱਟੋ ਘੱਟ ਦੋ ਵਸਤੂਆਂ ਵਿਚਕਾਰ ਆਪਸੀ ਕਿਰਿਆ ਦੇ ਕਾਰਨ ਲੱਗਦਾ ਹੈ। ਬੱਚਿਓ, ਹੁਣ ਅਸੀਂ ਇਹ ਜਾਣ ਚੁੱਕੇ ਹਾਂ ਕਿ ਬਲ ਘੱਟੋ ਘੱਟ ਦੋ ਵਸਤੂਆਂ ਵਿਚਕਾਰ ਆਪਸੀ ਕਿਰਿਆ ਕਾਰਨ ਲੱਗਦਾ ਹੈ। ਹੁਣ ਅਸੀਂ ਇਹ ਜਾਣਾਂਗੇ ਕਿ ਬਲ ਦੀ
ਦਿਸ਼ਾ ਜਾਂ ਕਿਸੇ ਵਸਤੂ ਉੱਤੇ ਲੱਗ ਰਿਹਾ ਕੁੱਲ ਬਲ ਕਿੱਦਾਂ ਕੀ ਹੁੰਦਾ ਹੈ। ਤੁਸੀਂ ਸਕਰੀਨ ਉੱਤੇ ਚਿੱਤਰ ਵੇਖ ਸਕਦੇ ਹੋ ਜੋ ਕਿ ਤੁਸੀਂ ਆਮ ਹੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੌਰਾਨ ਵੀ ਗੇਮ ਖੇਡੀ ਹੋਵੇਗੀ, ਜਿਸ ਵਿੱਚ ਬੱਚੇ ਰੱਸੇ ਨੂੰ ਖਿੱਚ ਰਹੇ ਹਨ। ਇਸ ਗੇਮ ਦੇ ਵਿੱਚ ਹਰੇਕ ਟੀਮ ਦੂਸਰੀ ਟੀਮ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰ ਲਗਾਉਂਦੀ ਹੈ। ਜਿਹੜੀ ਟੀਮ ਜ਼ਿਆਦਾ ਤਕੜੀ ਹੋਵੇਗੀ ਉਹ ਜਿੱਤ ਜਾਵੇਗੀ। ਹੁਣ ਇੱਥੇ ਆਪਾਂ ਤਕੜੇ ਤੋਂ ਕੀ ਸਮਝਦੇ ਹਾਂ, ਜਿਹੜੀ ਟੀਮ ਨੇ ਜ਼ਿਆਦਾ ਬਲ ਲਗਾ ਕੇ ਦੂਜੀ ਟੀਮ ਨੂੰ ਆਪਣੇ ਵੱਲ ਖਿੱਚ ਲਿਆ, ਭਾਵ ਰੱਸੇ ਨੂੰ ਆਪਣੇ ਵੱਲ ਖਿੱਚ ਲਿਆ, ਉਹ ਟੀਮ ਇਹ ਮੈਚ ਜਿੱਤ ਜਾਵੇਗੀ। ਦੇਖੋ ਬੱਚਿਓ, ਹੁਣ ਇੱਥੇ ਤੁਸੀਂ ਦੋ ਚਿੱਤਰ ਵੇਖ ਸਕਦੇ ਹੋ। ਪਹਿਲੇ ਚਿੱਤਰ ਦੇ ਵਿੱਚ ਦੋ ਮਿੱਤਰ ਇੱਕ ਭਾਰੀ ਬਕਸੇ ਨੂੰ ਇੱਕ ਪਾਸਿਓਂ ਹੀ ਬਲ ਲਗਾ ਰਹੇ ਹਨ, ਉਹ ਇਸ ਨੂੰ ਦੂਜੇ ਪਾਸੇ ਵੱਲ ਧੱਕਣ ਦਾ ਯਤਨ ਕਰ ਰਹੇ ਹਨ। ਦੂਸਰੇ ਚਿੱਤਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਦੋ ਮਿੱਤਰ ਇੱਕ ਭਾਰੇ ਬਕਸੇ ਨੂੰ ਬਲ ਲਗਾ ਰਹੇ ਹਨ, ਪਰ ਦੋਵੇਂ ਉਲਟ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਇੱਕ ਮਿੱਤਰ ਬਕਸੇ ਨੂੰ ਦੂਜੇ ਪਾਸੇ ਧੱਕਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਕਿ ਦੂਜਾ ਮਿੱਤਰ ਬਕਸੇ ਨੂੰ ਪਹਿਲੇ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਬੱਚਿਓ, ਪਹਿਲੇ ਚਿੱਤਰ ਦੌਰਾਨ ਅਸੀਂ ਇਹ ਵੇਖਾਂਗੇ ਕਿ ਕਿਉਂਕਿ ਦੋਨੇ ਬੱਚੇ ਇੱਕੋ ਪਾਸਿਓਂ ਤੋਂ ਬਲ ਲਗਾ ਰਹੇ ਹਨ, ਇਸ ਕਰਕੇ ਬਕਸਾ ਦੂਜੀ ਤਰਫ ਨੂੰ ਗਤੀ ਕਰੇਗਾ। ਇਹ ਕਿਰਿਆ ਤੁਸੀਂ ਆਪਣੇ ਘਰ ਵਿੱਚ ਵੀ ਬਹੁਤ ਆਸਾਨੀ ਦੇ ਨਾਲ ਕਰਕੇ ਵੇਖ ਸਕਦੇ ਹੋ। ਸੋ ਇਸ ਚਿੱਤਰ ਦੌਰਾਨ ਅਸੀਂ ਇਹ ਵੇਖਦੇ ਹਾਂ ਕਿ ਬਲ ਜਿਸ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ, ਵਸਤੂ ਉਸ ਦਿਸ਼ਾ ਵੱਲ ਗਤੀ ਕਰ ਰਹੀ ਹੈ। ਬੱਚਿਓ, ਤੁਸੀਂ ਇਹ ਵੀ ਆਪਣੇ ਆਪ ਕਰਕੇ ਵੇਖ ਸਕਦੇ ਹੋ, ਜੇਕਰ ਇੱਕ ਬੱਚਾ ਬਕਸੇ ਨੂੰ ਧੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਜ਼ਿਆਦਾ ਬਲ ਲਗਾਉਣਾ ਪਵੇਗਾ। ਜਦੋਂ ਦੋ ਬੱਚੇ ਇਸ ਬਕਸੇ ਨੂੰ ਧੱਕਣ ਲਈ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਘੱਟ ਬਲ ਲਗਾ ਕੇ ਉਹ ਇਸ ਬਕਸੇ ਨੂੰ ਜ਼ਿਆਦਾ ਦੂਰ ਤੱਕ ਗਤੀ ਕਰਾ ਸਕਦੇ ਹਨ। ਸੋ ਪਿਆਰੇ ਬੱਚਿਓ, ਇੱਥੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਇੱਕ ਹੀ ਦਿਸ਼ਾ ਵਿੱਚ ਲਗਾਏ ਗਏ ਬਲ ਆਪਸ ਵਿੱਚ ਜੁੜ ਜਾਂਦੇ ਹਨ। ਹੁਣ ਆਪਾਂ ਦੂਸਰੇ ਚਿੱਤਰ ਬਾਰੇ ਗੱਲ ਕਰਦੇ ਹਾਂ। ਇਸ ਚਿੱਤਰ ਵਿੱਚ ਦੋਨੇ ਬੱਚੇ ਬਕਸੇ ਨੂੰ ਇੱਕ ਦੂਜੇ ਵੱਲ ਧੱਕਣ ਦੇ ਲਈ ਜ਼ੋਰ ਲਗਾ ਰਹੇ ਹਨ। ਬੱਚਿਓ, ਇੱਥੇ ਹੁਣ ਦੋ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਹਨ। ਜੇਕਰ ਦੋਨੇ ਬੱਚਿਆਂ ਦੁਆਰਾ ਲਗਾਇਆ ਗਿਆ ਬਲ ਇੱਕ ਦੂਜੇ ਦੇ ਬਰਾਬਰ ਹੋਵੇਗਾ ਤਾਂ ਇਹ ਬਕਸਾ ਨਹੀਂ ਖਿਸਕੇਗਾ, ਪਰ ਜੇਕਰ ਇੱਕ ਬੱਚੇ ਦਾ ਬਲ ਦੂਜੇ ਦੁਆਰਾ ਲਗਾਏ ਗਏ ਬਲ ਤੋਂ ਜ਼ਿਆਦਾ ਹੋਵੇਗਾ ਤਾਂ ਉਹ ਜ਼ਿਆਦਾ ਬਲ ਵਾਲਾ ਬੱਚਾ ਬਕਸੇ ਨੂੰ ਦੂਜੇ ਪਾਸੇ ਵੱਲ ਖਿਸਕਾਉਣ ਵਿੱਚ ਕਾਮਯਾਬ ਹੋ ਜਾਵੇਗਾ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਰੱਸਾ ਖਿੱਚਣ ਵਾਲੀ ਗੇਮ ਦਾ ਨਿਯਮ ਹੁੰਦਾ ਹੈ। ਜਿਹੜੀ ਟੀਮ ਜ਼ਿਆਦਾ ਬਲ ਨਾਲ ਦੂਸਰੇ ਨੂੰ ਖਿੱਚ ਲੈਂਦੀ ਹੈ ਉਹ ਜਿੱਤ ਜਾਂਦੀ ਹੈ। ਸੋ ਇਸ ਦੇ ਚਿੱਤਰ ਵਿੱਚ ਅਸੀਂ ਇਹ ਵੇਖ ਰਹੇ ਹਾਂ ਕਿ ਕਿਸੇ ਵਸਤੂ ਉੱਤੇ ਦੋ ਬਲ ਉਲਟ ਦਿਸ਼ਾ ਵਿੱਚ ਕਾਰਜ ਕਰਦੇ ਹਨ ਤਾਂ ਇਸ ਉੱਤੇ ਲੱਗਣ ਵਾਲਾ ਕੁੱਲ ਬਲ ਦੋਵਾਂ ਬਲਾਂ ਦੇ ਅੰਤਰ ਦੇ ਬਰਾਬਰ ਹੁੰਦਾ ਹੈ ਅਤੇ ਵਸਤੂ ਉਸ ਪਾਸੇ ਵੱਲ ਖਿਸਕ ਜਾਂਦੀ ਹੈ ਜਿਸ ਪਾਸੇ ਵੱਲ ਜ਼ਿਆਦਾ ਬਲ ਵਾਲਾ ਵਿਅਕਤੀ ਜ਼ੋਰ ਲਗਾ ਰਿਹਾ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਦੋਨੇ ਉਦਾਹਰਨਾਂ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਬਲ ਦੀ ਦਿਸ਼ਾ ਵੀ ਹੁੰਦੀ ਹੈ। ਇੱਕੋ ਦਿਸ਼ਾ ਵਿੱਚ ਲੱਗਣ ਵਾਲੇ ਬਲ ਜੁੜ ਜਾਂਦੇ ਹਨ ਅਤੇ ਉਲਟ ਦਿਸ਼ਾ ਵਿੱਚ ਲੱਗਣ ਵਾਲੇ ਬਲ ਇੱਕ ਦੂਜੇ ਵਿੱਚੋਂ ਘਟ ਜਾਂਦੇ ਹਨ।
आओ बच्चों ਹੁਣ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਕਿਸੇ ਵਸਤੂ ਉੱਤੇ ਬਲ ਲੱਗਦਾ ਹੈ ਤਾਂ ਵਸਤੂ ਉੱਤੇ ਕੀ ਪਰਿਵਰਤਨ ਵੇਖਣ ਨੂੰ ਮਿਲਦੇ ਹਨ। ਬੱਚਿਓ ਜਦੋਂ ਕਿਸੇ ਵਸਤੂ ਉੱਤੇ ਬਲ ਲਗਾਇਆ ਜਾਂਦਾ ਹੈ ਤਾਂ ਬਲ ਉਸ ਵਸਤੂ ਦੀ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ। ਜਿਵੇਂ ਕਿ ਪਹਿਲੇ ਚਿੱਤਰ ਦੇ ਵਿੱਚ A ਅਤੇ B ਦੌਰਾਨ ਦਿਖਾਇਆ ਗਿਆ ਹੈ। ਬਲ ਵਸਤੂ ਦੀ ਬਣਾਵਟ ਵਿੱਚ ਵੀ ਪਰਿਵਰਤਨ ਕਰ ਸਕਦਾ ਹੈ। ਜਿਵੇਂ ਕਿ ਹੇਠਾਂ ਚੌਥੇ ਚਿੱਤਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਟਾ ਗੁੰਨਦੇ ਹੋਏ ਜਦੋਂ ਅਸੀਂ ਆਟੇ ਦੇ ਉੱਪਰ ਬਲ ਲਗਾਉਂਦੇ ਹਾਂ ਤਾਂ ਇਸ ਦੀ ਬਣਾਵਟ ਵਿੱਚ ਪਰਿਵਰਤਨ ਆਉਂਦਾ ਹੈ। ਸੋ ਬੱਚਿਓ ਬਲ ਲੱਗਣ ਦੇ ਕਾਰਨ ਵਸਤੂ ਉੱਤੇ ਦੋ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇੱਕ ਵਸਤੂ ਦੀ ਗਤੀ ਵਿੱਚ ਪਰਿਵਰਤਨ, ਦੂਜਾ ਵਸਤੂ ਦੀ ਬਣਾਵਟ ਵਿੱਚ ਪਰਿਵਰਤਨ। ਆਓ ਇਸ ਬਾਰੇ ਅਸੀਂ ਹੋਰ ਵਿਸਥਾਰ ਨਾਲ ਜਾਣਦੇ ਹਾਂ। ਬਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ। ਬੱਚਿਓ ਦਿੱਤੇ ਚਿੱਤਰ ਨੂੰ ਧਿਆਨ ਨਾਲ ਵੇਖੋ। ਤੁਸੀਂ ਜ਼ਰੂਰ ਕਿਸੇ ਨਾ ਕਿਸੇ ਟਾਈਮ ਤੇ ਇਹ ਖੇਡ ਖੇਡੀ ਹੋਵੇਗੀ। ਇਸ ਵਿੱਚ ਇੱਕ ਬੱਚਾ ਇੱਕ ਟਾਇਰ ਨੂੰ ਡੰਡੇ ਦੀ ਸਹਾਇਤਾ ਦੇ ਨਾਲ ਗਤੀ ਵਿੱਚ ਲੈ ਕੇ ਆਉਂਦਾ ਹੈ। ਬੱਚਿਓ ਕਿਸੇ ਖੜੀ ਹੋਈ ਵਸਤੂ ਨੂੰ ਗਤੀ ਦੇ ਵਿੱਚ ਲਿਆਉਣ ਦੇ ਲਈ ਉਸ ਉੱਤੇ ਬਲ ਲਗਾਇਆ ਜਾਂਦਾ ਹੈ। ਜਦੋਂ ਇਹ ਸਾਈਕਲ ਦਾ ਟਾਇਰ ਇੱਕ ਵਾਰ ਖੜਾ ਸੀ ਤਾਂ ਅਸੀਂ ਬਲ ਲਗਾ ਕੇ ਇਸ ਨੂੰ ਗਤੀ ਵਿੱਚ ਲਿਆਉਣੇ ਹਾਂ। ਜਿਵੇਂ ਹੀ ਇਹ ਗਤੀ ਵਿੱਚ ਆਉਂਦਾ ਹੈ, ਜੇਕਰ ਅਸੀਂ ਗਤੀ ਦੀ ਦਿਸ਼ਾ ਵੱਲ ਨੂੰ ਹੋਰ ਬਲ ਲਗਾਉਂਦੇ ਜਾਈਏ ਤਾਂ ਇਹ ਸਾਈਕਲ ਦਾ ਟਾਇਰ ਹੋਰ ਤੇਜ਼ ਹੁੰਦਾ ਜਾਵੇਗਾ। ਇਸ ਤਰ੍ਹਾਂ ਇਸ ਬਲ ਲਗਾਉਣ ਦੇ ਨਾਲ ਗਤੀ ਨੂੰ ਵਧਾਇਆ ਜਾ ਸਕਦਾ ਹੈ। ਪਰ ਜੇਕਰ ਅਸੀਂ ਗਤੀ ਦੀ ਦਿਸ਼ਾ ਦੇ ਉਲਟ ਆ ਕੇ ਬਲ ਲਗਾਈਏ ਤਾਂ ਇਹ ਸਾਈਕਲ ਦਾ ਟਾਇਰ ਹੌਲੀ ਹੁੰਦਾ ਹੋਇਆ ਇਸ ਦੀ ਗਤੀ ਘਟਦੀ ਜਾਵੇਗੀ ਅਤੇ ਇਹ ਰੁਕ ਜਾਵੇਗਾ। ਜਿਵੇਂ ਇੱਕ ਕ੍ਰਿਕਟ ਦੀ ਗੇਂਦ ਉੱਤੇ ਜਦੋਂ ਬੱਲੇਬਾਜ਼ ਆਪਣੇ ਬੱਲੇ ਨਾਲ ਪ੍ਰਹਾਰ ਕਰਦਾ ਹੈ ਤਾਂ ਉਸ ਦੀ ਗਤੀ ਵਿੱਚ ਪਰਿਵਰਤਨ ਆ ਜਾਂਦਾ ਹੈ। ਜਦੋਂ ਫੀਲਡਰ ਵੱਲ ਨੂੰ ਗੇਂਦ ਜਾਂਦੀ ਹੈ, ਫੀਲਡਰ ਆਪਣੇ ਹੱਥਾਂ ਨਾਲ ਉਸ ਗੇਂਦ ਨੂੰ ਰੋਕ ਲੈਂਦਾ ਹੈ ਤਾਂ ਚੱਲ ਰਹੀ ਵਸਤੂ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ। ਸੋ ਬੱਚਿਓ ਇਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਕਿਸੇ ਵਸਤੂ ਉੱਤੇ ਲਾਏ ਬਲ ਦੁਆਰਾ ਉਸ ਦੀ ਚਾਲ ਬਦਲੀ ਜਾ ਸਕਦੀ ਹੈ। ਜੇਕਰ ਲਾਇਆ ਗਿਆ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਹੈ ਤਾਂ ਵਸਤੂ ਦੀ ਚਾਲ ਵੱਧ ਜਾਂਦੀ ਹੈ। ਜੇ ਬਲ ਵਸਤੂ ਦੀ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਲਾਇਆ ਜਾਵੇ ਤਾਂ ਵਸਤੂ ਦੀ ਚਾਲ ਘਟ ਜਾਂਦੀ ਹੈ। ਇਸ ਤਰ੍ਹਾਂ ਬਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ। ਬਲ ਵਸਤੂ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ। ਬੱਚਿਓ ਜਿੱਦਾਂ ਇਹ ਚਿੱਤਰ ਵਿੱਚ ਦਰਸਾਇਆ ਗਿਆ ਹੈ ਕਿ ਜਦੋਂ ਅਸੀਂ ਬਲ ਲਗਾਉਂਦੇ ਹਾਂ ਤਾਂ ਗੇਂਦ ਦੀ ਗਤੀ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ। ਜੇਕਰ ਬਲ ਗੇਂਦ ਦੀ ਦਿਸ਼ਾ ਵੱਲ ਲਗਾਇਆ ਜਾਵੇ ਤਾਂ ਗਤੀ ਤੇਜ਼ ਹੋ ਜਾਵੇਗੀ। ਜੇਕਰ ਆਪਣੇ ਵੱਲ ਆ ਰਹੀ ਗੇਂਦ ਦੇ ਅੱਗੇ ਆਪਾਂ ਬਲ ਲਗਾਉਂਦੇ ਹਾਂ, ਉਸ ਦੀ ਉਲਟ ਦਿਸ਼ਾ ਵਿੱਚ ਬਲ ਲਗਾਉਂਦੇ ਹਾਂ ਤਾਂ ਗੇਂਦ ਰੁਕ ਜਾਵੇਗੀ। ਹੁਣ ਤੁਸੀਂ B ਚਿੱਤਰ ਵੱਲ ਧਿਆਨ ਦਿਓ। ਇੱਕ ਲੋਹੇ ਦੇ ਸਕੇਲ ਨਾਲ ਇੱਕ ਪਾਸੇ ਤੋਂ ਆ ਰਹੀ ਬਾਲ ਦੇ ਉੱਤੇ ਅਸੀਂ ਰੋਕ ਲਗਾਉਂਦੇ ਹਾਂ, ਉਸ ਨੂੰ ਦੂਜੀ ਦਿਸ਼ਾ ਵੱਲ ਭੇਜ ਦਿੰਦੇ ਹਾਂ। ਜਿਵੇਂ ਕ੍ਰਿਕਟ ਦੀ ਗੇਮ ਵਿੱਚ ਇੱਕ ਗੇਂਦਬਾਜ਼ ਦੁਆਰਾ ਬੱਲੇਬਾਜ਼ ਵੱਲ ਗੇਂਦ ਸੁੱਟੀ ਜਾਂਦੀ ਹੈ ਤਾਂ
ਬੱਲੇਬਾਜ਼ ਆਪਣੇ ਬੱਲੇ ਦੀ ਵਰਤੋਂ ਕਰਦੇ ਹੋਏ ਉਸ ਗੇਂਦ ਨੂੰ ਹੋਰ ਦਿਸ਼ਾ ਵੱਲ ਭੇਜ ਦਿੰਦਾ ਹੈ। ਇਸ ਤਰ੍ਹਾਂ ਕਿਸੇ ਵਸਤੂ ਦੀ ਬਲ ਲਗਾ ਕੇ ਉਸ ਦੀ ਦਿਸ਼ਾ ਵੀ ਬਦਲੀ ਜਾ ਸਕਦੀ ਹੈ। ਕਿਸੇ ਵਸਤੂ ਦੀ ਚਾਲ ਜਾਂ ਉਸ ਦੀ ਗਤੀ ਦੀ ਦਿਸ਼ਾ ਜਾਂ ਦੋਵਾਂ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਇਸ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੁਆਰਾ ਦਰਸਾਇਆ ਜਾਂਦਾ ਹੈ। ਸੋ ਪਿਆਰੇ ਬੱਚਿਓ, ਹੁਣ ਅਸੀਂ ਇਹ ਜਾਣ ਚੁੱਕੇ ਹਾਂ ਕਿ ਬਲ ਲਗਾਉਣ ਨਾਲ ਵਸਤੂ ਦੀ ਗਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ ਅਤੇ ਗਤੀ ਕਰ ਰਹੀ ਵਸਤੂ ਦੀ ਦਿਸ਼ਾ ਵੀ ਬਦਲੀ ਜਾ ਸਕਦੀ ਹੈ। ਆਓ ਬੱਚਿਓ, ਹੁਣ ਅਸੀਂ ਇਹ ਜਾਣਦੇ ਹਾਂ ਕਿ ਬਲ ਕਿਸੇ ਵਸਤੂ ਦੀ ਬਣਾਵਟ ਵਿੱਚ ਕਿਵੇਂ ਪਰਿਵਰਤਨ ਕਰ ਸਕਦਾ ਹੈ। ਬੱਚਿਓ, ਪਹਿਲੇ ਚਿੱਤਰ ਵਿੱਚ ਤੁਸੀਂ ਵੇਖੋ, ਜਦੋਂ ਤੁਸੀਂ ਕਦੇ ਆਪਣੇ ਘਰ ਦੇ ਵਿੱਚ ਆਟਾ ਗੁੰਨਦੇ ਹੋਏ ਵੇਖਿਆ ਹੋਵੇਗਾ ਤਾਂ ਜਿੱਦਾਂ ਹੀ ਹੱਥਾਂ ਨਾਲ ਆਟੇ ਉੱਪਰ ਬਲ ਲਗਾਇਆ ਜਾਂਦਾ ਹੈ ਤਾਂ ਉਸ ਦੀ ਸ਼ਕਲ ਬਦਲਦੀ ਰਹਿੰਦੀ ਹੈ। ਜਦੋਂ ਗੁੰਨੇ ਆਟੇ ਦੇ ਪੇੜੇ ਨੂੰ ਬੇਲ ਕੇ ਰੋਟੀ ਬਣਾਉਂਦੇ ਹਾਂ ਤਾਂ ਉਸ ਦੀ ਸ਼ਕਲ ਬਦਲ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਗੁਬਾਰੇ ਨੂੰ ਦੱਬਣ ਉੱਤੇ ਉਹ ਅੰਦਰ ਵੱਲ ਨੂੰ ਚਲਾ ਜਾਂਦਾ ਹੈ, ਭਾਵ ਉਸ ਦੀ ਬਣਾਵਟ ਵਿੱਚ ਪਰਿਵਰਤਨ ਆਉਂਦਾ ਹੈ। ਦੂਜੇ ਚਿੱਤਰ ਵਿੱਚ ਤੁਸੀਂ ਵੇਖ ਸਕਦੇ ਹੋ, ਤੁਹਾਡੇ ਸਾਈਕਲ ਦੀ ਇੱਕ ਗੱਦੀ ਦਿਖਾਈ ਗਈ ਹੈ। ਤੁਸੀਂ ਆਮ ਦੇਖ ਸਕਦੇ ਹੋ ਕਿ ਸਾਈਕਲ ਦੀ ਗੱਦੀ ਦੇ ਹੇਠਾਂ ਸਪਰਿੰਗ ਲੱਗੇ ਹੁੰਦੇ ਹਨ। ਜਦੋਂ ਅਸੀਂ ਸਾਈਕਲ ਦੇ ਉੱਪਰ ਬੈਠਦੇ ਹਾਂ ਤਾਂ ਸਾਈਕਲ ਦੀ ਗੱਦੀ ਉੱਤੇ ਬੈਠਣ 'ਤੇ ਇਹ ਸਪਰਿੰਗ ਹੇਠਾਂ ਵੱਲ ਨੂੰ ਦੱਬੇ ਜਾਂਦੇ ਹਨ। ਇਸ ਤਰ੍ਹਾਂ ਸਪਰਿੰਗਾਂ ਦੀ ਸਹਾਇਤਾ ਦੇ ਨਾਲ ਸਾਈਕਲ ਦੀ ਗੱਦੀ ਵਿੱਚ ਪਰਿਵਰਤਨ ਆ ਜਾਂਦਾ ਹੈ, ਜੋ ਕਿ ਬਲ ਲਗਾਉਣ ਦਾ ਨਤੀਜਾ ਹੁੰਦਾ ਹੈ। ਇਸ ਤਰ੍ਹਾਂ ਬੱਚਿਓ, ਅਸੀਂ ਇਹ ਦੇਖ ਸਕਦੇ ਹਾਂ ਕਿ ਬਲ ਕਿਸੇ ਵਸਤੂ ਦੀ ਬਣਾਵਟ ਵਿੱਚ ਪਰਿਵਰਤਨ ਲਿਆ ਸਕਦਾ ਹੈ। ਸੋ ਪਿਛਲੀਆਂ ਦੋਵੇਂ ਤਰ੍ਹਾਂ ਦੀਆਂ ਉਦਾਹਰਨਾਂ ਤੋਂ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਜਦੋਂ ਕਿਸੇ ਵਸਤੂ ਉੱਤੇ ਬਲ ਲਗਾਇਆ ਜਾਂਦਾ ਹੈ ਤਾਂ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਂਦਾ ਜਾ ਸਕਦਾ ਹੈ, ਭਾਵ ਕਿਸੇ ਰੁਕੀ ਹੋਈ ਵਸਤੂ ਨੂੰ ਚਲਾਉਣ ਦੇ ਲਈ ਉਸ ਉੱਤੇ ਬਲ ਲਗਾਇਆ ਜਾਂਦਾ ਹੈ। ਇਸੇ ਤਰ੍ਹਾਂ ਬਲ ਕਿਸੇ ਗਤੀਸ਼ੀਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ। ਬਲ ਲਗਾਉਣ 'ਤੇ ਕਿਸੇ ਚੱਲ ਰਹੀ ਵਸਤੂ ਦੀ ਗਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ। ਜੇਕਰ ਬਲ ਅਸੀਂ ਵਸਤੂ ਦੀ ਚਾਲ ਦੀ ਗਤੀ ਵੱਲ ਨੂੰ ਲਗਾਵਾਂਗੇ ਤਾਂ ਵਸਤੂ ਹੋਰ ਤੇਜ਼ ਹੋ ਜਾਵੇਗੀ। ਜੇਕਰ ਉਸ ਤੋਂ ਉਲਟ ਦਿਸ਼ਾ ਵਿੱਚ ਲਗਾਵਾਂਗੇ ਤਾਂ ਚਾਲ ਹੌਲੀ ਹੋ ਜਾਵੇਗੀ। ਬਲ ਗਤੀਸ਼ੀਲ ਵਸਤੂ ਦੀ ਦਿਸ਼ਾ ਵੱਲ ਵੀ ਪਰਿਵਰਤਨ ਲਿਆ ਸਕਦਾ ਹੈ। ਜਿਵੇਂ ਅਸੀਂ ਕ੍ਰਿਕਟ ਦੀ ਉਦਾਹਰਨ ਕੀਤੀ ਹੈ ਜਾਂ ਫੁੱਟਬਾਲ ਦੀ ਟੀਮ ਦੇ ਵਿੱਚ ਵੀ ਖਿਡਾਰੀ ਆਪਣੇ ਲੱਤਾਂ ਦੇ ਬਲ ਦੁਆਰਾ ਪ੍ਰਯੋਗ ਕਰਦੇ ਹੋਏ ਫੁੱਟਬਾਲ ਨੂੰ ਅਲੱਗ-ਅਲੱਗ ਦਿਸ਼ਾ ਵੱਲ ਧਕੇਲਦੇ ਰਹਿੰਦੇ ਹਨ। ਇਸ ਤੋਂ ਇਲਾਵਾ ਬਲ ਵਸਤੂ ਦੀ ਸ਼ਕਲ ਵਿੱਚ ਵੀ ਪਰਿਵਰਤਨ ਲਿਆ ਸਕਦਾ ਹੈ, ਜੋ ਕਿ ਅਸੀਂ ਆਟੇ ਦੀ ਉਦਾਹਰਨ ਦੇ ਨਾਲ ਬਹੁਤ ਚੰਗੇ ਤਰੀਕੇ ਨਾਲ ਸਮਝ ਚੁੱਕੇ ਹਾਂ। ਸੋ ਬੱਚਿਓ, ਅਸੀਂ ਇਸ ਸਿੱਟੇ ਉੱਤੇ ਪਹੁੰਚਦੇ ਹਾਂ ਕਿ ਕੋਈ ਵਸਤੂ ਬਿਨਾਂ ਬਲ ਲਾਏ ਆਪਣੇ ਆਪ ਗਤੀ ਵਿੱਚ ਨਹੀਂ ਆ ਸਕਦੀ, ਆਪਣੇ ਆਪ ਦਿਸ਼ਾ ਪਰਿਵਰਤਨ ਨਹੀਂ ਕਰ ਸਕਦੀ ਅਤੇ ਆਪਣੇ ਆਪ ਸ਼ਕਲ ਵਿੱਚ ਪਰਿਵਰਤਨ ਨਹੀਂ ਲਿਆ ਸਕਦੀ। ਇਸ ਤਰ੍ਹਾਂ ਵਸਤੂ ਦੀ ਚਾਲ ਅਤੇ ਵਸਤੂ ਦੀ ਸ਼ਕਲ ਵਿੱਚ ਆਏ ਪਰਿਵਰਤਨ ਬਲ ਦਾ ਹੀ ਸਿੱਟਾ ਹੁੰਦੇ ਹਨ। ਸੋ ਪਿਆਰੇ ਬੱਚਿਓ, ਹੁਣ ਤੁਸੀਂ ਇਹ ਜਾਣ ਚੁੱਕੇ ਹੋਵੋਗੇ ਕਿ ਕਿਸੇ ਵਸਤੂ ਉੱਪਰ ਲੱਗਣ ਵਾਲਾ ਬਲ ਉਸ ਉੱਪਰ ਕਿਸ ਤਰ੍ਹਾਂ ਦੇ ਪ੍ਰਭਾਵ ਪਾਉਂਦਾ ਹੈ।
आओ बच्चों ਹੁਣ ਅਸੀਂ ਇਹ ਜਾਣਦੇ ਹਾਂ ਕਿ ਅੱਜ ਅਸੀਂ ਕੀ ਕੁਝ ਸਿੱਖ ਲਿਆ ਹੈ। ਬੱਚਿਓ ਅੱਜ ਅਸੀਂ ਬਲ ਦੇ ਬਾਰੇ ਗੱਲਬਾਤ ਕੀਤੀ ਹੈ। ਬਲ ਇੱਕ ਧੱਕਾ ਜਾਂ ਖਿੱਚ ਦਾ ਨਾਮ ਹੁੰਦਾ ਹੈ। ਬਲ ਘੱਟੋ ਘੱਟ ਦੋ ਵਸਤੂਆਂ ਵਿਚਕਾਰ ਆਪਸੀ ਕਿਰਿਆ ਦੇ ਕਾਰਨ ਲੱਗਦਾ ਹੈ। ਜਿਵੇਂ ਕਿ ਅਸੀਂ ਇੱਕ ਉਦਾਹਰਨ ਕੀਤੀ ਸੀ ਜਿਸ ਵਿੱਚ ਨੱਚਣ ਵੇਲੇ ਦੋ ਕੁੜੀਆਂ ਇੱਕ ਦੂਜੇ ਦੇ ਹੱਥਾਂ ਨੂੰ ਫੜ ਕੇ ਬਾਹਰ ਵੱਲ ਖਿੱਚ ਰਹੀਆਂ ਹੁੰਦੀਆਂ ਹਨ। ਇੱਕ ਅਸੀਂ ਇਹ ਜਾਣਿਆ ਹੈ ਕਿ ਬਲ ਦੀ ਦਿਸ਼ਾ ਹੁੰਦੀ ਹੈ ਅਤੇ ਕੁੱਲ ਬਲ ਦੀ ਮਾਤਰਾ ਲੱਗ ਰਹੇ ਬਲ ਦੀ ਦਿਸ਼ਾ ਅਨੁਸਾਰ ਹੁੰਦੀ ਹੈ। ਜੇਕਰ ਦੋ ਵਿਅਕਤੀ ਇੱਕੋ ਪਾਸੇ ਤੋਂ ਬਲ ਲਗਾ ਰਹੇ ਹਨ ਤਾਂ ਉਹ ਬਲ ਜੁੜ ਜਾਂਦੇ ਹਨ ਅਤੇ ਜੇਕਰ ਦੋ ਵਿਅਕਤੀ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਬਲ ਲਗਾ ਰਹੇ ਹਨ ਤਾਂ ਇਹ ਬਲ ਘਟਾਓ ਹੋ ਜਾਂਦੇ ਹਨ। ਇੱਕ ਅਸੀਂ ਅੱਜ ਇਹ ਜਾਣਿਆ ਹੈ ਕਿ ਜਦੋਂ ਕਿਸੇ ਵਸਤੂ ਉੱਤੇ ਬਲ ਲਗਾਇਆ ਜਾਂਦਾ ਹੈ ਤਾਂ ਸਾਨੂੰ ਕੀ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਤਾਂ ਅਸੀਂ ਦੋ ਤਰ੍ਹਾਂ ਦੇ ਪ੍ਰਭਾਵ ਦੇਖੇ ਹਨ। ਨੰਬਰ 1, ਬਲ ਵਸਤੂ ਦੀ ਗਤੀ ਵਿੱਚ ਪਰਿਵਰਤਨ ਲਿਆਉਂਦਾ ਹੈ, ਭਾਵ ਚੱਲਦੀ ਹੋਈ ਵਸਤੂ ਨੂੰ ਗਤੀ ਵਿੱਚ ਲਿਆ ਸਕਦਾ ਹੈ, ਗਤੀ ਕਰ ਰਹੀ ਵਸਤੂ ਨੂੰ ਵਿਰਾਮ ਵਿੱਚ ਲਿਆ ਸਕਦਾ ਹੈ। ਇਸ ਤੋਂ ਇਲਾਵਾ ਗਤੀ ਕਰ ਰਹੀ ਵਸਤੂ ਦੀ ਚਾਲ ਨੂੰ ਘਟਾ ਜਾਂ ਵਧਾ ਸਕਦਾ ਹੈ। ਦੂਜਾ ਪੁਆਇੰਟ ਅਸੀਂ ਇਹ ਜਾਣਿਆ ਕਿ ਲੱਗ ਰਿਹਾ ਬਲ ਕਿਸੇ ਵਸਤੂ ਦੀ ਸ਼ਕਲ ਵਿੱਚ ਪਰਿਵਰਤਨ ਲਿਆ ਸਕਦਾ ਹੈ। ਸੋ ਬੱਚਿਓ ਹੁਣ ਅਸੀਂ ਇਹ ਜੋ ਜਾਣਕਾਰੀ ਹਾਸਲ ਕੀਤੀ ਹੈ ਇਸ ਦੇ ਆਧਾਰ 'ਤੇ ਤੁਹਾਡੇ ਅਭਿਆਸ ਦੇ ਵਿੱਚ ਜੋ ਪ੍ਰਸ਼ਨ ਦਿੱਤੇ ਹਨ ਉਹਨਾਂ ਬਾਰੇ ਥੋੜ੍ਹੀ ਗੱਲਬਾਤ ਕਰਦੇ ਹਾਂ। ਬੱਚਿਓ ਅਭਿਆਸ ਵਿੱਚ ਇੱਕ ਪ੍ਰਸ਼ਨ ਆਉਂਦਾ ਹੈ, ਧੱਕੇ ਜਾਂ ਖਿਚਾਅ ਦੇ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ। ਤਾਂ ਬੱਚਿਓ ਤੁਸੀਂ ਇੱਕ ਉਦਾਹਰਨ ਤਾਂ ਆਪਾਂ ਪਹਿਲਾਂ ਡਿਸਕਸ ਕੀਤੀ ਸੀ, ਮੇਜ਼ ਉੱਤੇ ਰੱਖੀ ਕਿਤਾਬ ਨੂੰ ਗਤੀਸ਼ੀਲ ਬਣਾਉਣਾ। ਤਾਂ ਇਸ ਨੂੰ ਤੁਸੀਂ ਧੱਕੇ ਨਾਲ ਵੀ ਆਪਣੇ ਵੱਲ ਖਿੱਚ ਸਕਦੇ ਹੋ ਅਤੇ ਧੱਕੇ ਨਾਲ ਆਪਣੇ ਤੋਂ ਪਰੇ ਵੀ ਲਿਆ ਸਕਦੇ ਹੋ ਅਤੇ ਖਿੱਚ ਕੇ ਆਪਣੇ ਵੱਲ ਕਰ ਸਕਦੇ ਹੋ। ਦੂਜੀ ਉਦਾਹਰਨ ਆਪਾਂ ਕੀਤੀ ਸੀ ਦਰਵਾਜ਼ੇ ਦਾ ਖੋਲ੍ਹਣਾ ਜਾਂ ਬੰਦ ਕਰਨਾ। ਉਸ ਨੂੰ ਦਰਵਾਜ਼ੇ ਨੂੰ ਆਪਣੇ ਵੱਲ ਖਿੱਚ ਕੇ ਜਾਂ ਆਪਣੇ ਤੋਂ ਪਰੇ ਵੱਲ ਧੱਕ ਕੇ ਤੁਸੀਂ ਇਸ ਨੂੰ ਖੋਲ੍ਹ ਜਾਂ ਬੰਦ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਬਹੁਤ ਤਰ੍ਹਾਂ ਦੀਆਂ ਉਦਾਹਰਨਾਂ ਹਨ, ਜਿਵੇਂ ਫੁੱਟਬਾਲ ਦੇ ਖਿਡਾਰੀ ਦਾ ਪੈਨਲਟੀ ਕਿੱਕ ਲੈਣਾ, ਇੱਕ ਬੱਲੇਬਾਜ਼ ਦੁਆਰਾ ਕ੍ਰਿਕਟ ਦੀ ਗੇਂਦ 'ਤੇ ਪ੍ਰਹਾਰ ਕਰਨਾ ਆਦਿ। ਦੂਜਾ ਪ੍ਰਸ਼ਨ, ਅਜਿਹੀਆਂ ਦੋ ਉਦਾਹਰਨਾਂ ਦਿਓ ਜਿਨ੍ਹਾਂ ਵਿੱਚ ਲਾਏ ਗਏ ਬਲ ਦੁਆਰਾ ਵਸਤੂ ਦੀ ਬਨਾਵਟ ਸ਼ਕਲ ਵਿੱਚ ਪਰਿਵਰਤਨ ਹੋ ਜਾਂਦਾ ਹੈ। ਤਾਂ ਬੱਚਿਓ ਆਪਾਂ ਦੋ ਉਦਾਹਰਨਾਂ ਬਾਰੇ ਗੱਲ ਕਰ ਚੁੱਕੇ ਹਾਂ। ਇੱਕ, ਜਦੋਂ ਹੱਥਾਂ ਦੇ ਨਾਲ ਬਲ ਲਗਾ ਕੇ ਆਟੇ ਨੂੰ ਗੁੰਨਿਆ ਜਾਂਦਾ ਹੈ ਤਾਂ ਉਸ ਦੀ ਬਨਾਵਟ ਵਿੱਚ ਪਰਿਵਰਤਨ ਆ ਜਾਂਦਾ ਹੈ। ਦੂਜਾ, ਜਦੋਂ ਸਾਈਕਲ ਦੇ ਉੱਪਰ ਤੁਸੀਂ ਬੈਠਦੇ ਹੋ ਤਾਂ ਬੈਠਣ ਨਾਲ ਸਾਈਕਲ ਦੀ ਗਤੀ ਵਿੱਚ ਪਰਿਵਰਤਨ ਆ ਜਾਂਦਾ ਹੈ। ਨੰਬਰ 3, ਖੂਹ ਵਿੱਚੋਂ ਪਾਣੀ ਕੱਢਣ ਸਮੇਂ ਰੱਸੀ ਨੂੰ। ਜਦੋਂ ਅਸੀਂ ਖੂਹ ਵਿੱਚੋਂ ਪਾਣੀ ਕੱਢਦੇ ਹਾਂ ਤਾਂ ਰੱਸੀ ਨੂੰ ਆਪਣੇ ਵੱਲ ਉੱਪਰ ਨੂੰ ਖਿੱਚਦੇ ਹਾਂ। ਨੰਬਰ 4, ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਦੇ ਲਈ ਸਾਨੂੰ ਉਸ ਨੂੰ ਅੱਗੇ ਤੋਂ ਖਿੱਚਣਾ ਪੈਂਦਾ ਹੈ ਜਾਂ ਪਿੱਛੇ ਤੋਂ ਧੱਕਾ ਲਗਾਉਣਾ ਪੈਂਦਾ ਹੈ। ਸੋ ਪਿਆਰੇ ਬੱਚਿਓ, ਉਮੀਦ ਕਰਦੇ ਹਾਂ ਕਿ ਬਲ ਨਾਲ ਸੰਬੰਧਿਤ ਜੋ ਗੱਲਾਂ ਅਸੀਂ ਅੱਜ ਕੀਤੀਆਂ ਹਨ ਉਹ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਟੌਪਿਕ ਜ਼ਰੂਰ ਸਮਝ ਆ ਗਏ ਹੋਣਗੇ। ਧੰਨਵਾਦ।